ਅੱਜ ਆਪਾਂ सूफी ਕਾਵਿ ਵਿੱਚ शेख फरीद जी करांगे। शेख फरीद जी ਨੂੰ ਪਹਿਲੇ ਪੰਜਾਬੀ सूफी ਦੇ ਕਵੀ, ਪੰਜਾਬੀ ਕਾਵਿ ਦੇ ਪਿਤਾਮਾ ਤੇ ਪੰਜਾਬੀ ਦੇ ਚੌਸਰ ਵੀ ਕਿਹਾ ਜਾਂਦਾ ਹੈ। ਤੇ शेख फरीद जी ਦਾ ਜਿਹੜਾ ਪੂਰਾ ਨਾਮ ਸੀ ਉਹ ਸੀ हजरत ख्वाजा शेख फरीदुद्दीन मसूद गंजशंकर ਤੇ ਡਾਕਟਰ ਗੁਰਦੇਵ ਸਿੰਘ ਦੇ ਅਨੁਸਾਰ ਉਹਨਾਂ ਨੂੰ ਸੀਰੀ ਬਿਆਨਾ ਕਰਕੇ ਕੀ ਕਿਹਾ ਜਾਂਦਾ ਸੀ? ਗੰਜ ਸ਼ੱਕਰ ਕਿਹਾ ਜਾਂਦਾ ਸੀ। ਤੇ ਜਨਮ शेख फरीद जी ਦਾ ਜਨਮ 1173 ਈਸਵੀ ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਵਿੱਚ ਹੋਇਆ ਸੀ। ਤੇ ਅੱਜ ਕੱਲ ਇਹ ਕਿੱਥੇ ਹੈਗਾ? ਅੱਜ ਕੱਲ ਇਹ ਪਾਕਿਸਤਾਨ ਵਿੱਚ ਹੈਗਾ। ਤੇ ਇਸ ਪਿੰਡ ਨੂੰ ਕੀ ਕਿਹਾ ਜਾਂਦਾ ਹੈ? ਚੌਲੀ ਮਸਜਬ ਕਿਹਾ ਜਾਂਦਾ ਹੈ। ਮਸਅਬ ਨਾਂ ਨਾਲ ਜਾਣਿਆ ਜਾਂਦਾ ਹੈ। ਤੇ शेख फरीद जी ਦੇ ਪਿਤਾ ਦਾ ਨਾਂ शेख जमालुद्दीन सुलेमान, माता जी ਦਾ ਨਾਂ ਬੀਬੀ ਮਰੀਮ ਤੇ ਕੁਰਸਮ ਬੀਬੀ ਸੀ। ਇਹਦੀ ਮਾਤਾ ਨੂੰ ਦੋ ਨਾਂ ਸੀਗੇ, ਇੱਕ ਤਾਂ ਉਹਨਾਂ ਨੂੰ ਕੁਰਸਮ ਕਿਹਾ ਜਾਂਦਾ ਸੀ ਤੇ ਇੱਕ ਮਰੀਮ ਕਿਹਾ ਜਾਂਦਾ ਸੀ। ਦਾਦਾ ਜੀ ਦਾ ਨਾਂ ਕਾਜੀ शेख ਸਵੈਬ ਸੀ। ਇਹਨਾਂ ਦੇ ਜਨਮ ਬਾਰੇ ਵੀ ਕਾਫੀ ਮਤਭੇਦ ਹਨ। ਇੱਕ ਸਾਨੂੰ ਇਹ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਪਰਿਵਾਰ ਸੀਗਾ शेख फरीद जी ਦਾ, ਉਹ ਗਜਨੀ ਵੰਸ਼ ਨਾਲ ਸੰਬੰਧ ਰੱਖਦਾ ਸੀ। ਗਜਨੀ ਸੀਗਾ ਇਹਨਾਂ ਦੇ ਪਰਿਵਾਰ ਦਾ ਸੰਬੰਧ। ਇਹਨਾਂ ਦੇ ਜਨਮ ਬਾਰੇ ਕਾਫੀ ਮਤਭੇਦ ਹਨ। ਇਹਨਾਂ ਦੇ ਜਨਮ ਬਾਰੇ ਇੱਕ ਮਤਭੇਦ ਇਹ ਹੈ ਕਿ ਇਹਨਾਂ ਦਾ ਜਨਮ 4 ਅਪ੍ਰੈਲ 1173 ਈਸਵੀ ਨੂੰ ਹੋਇਆ ਸੀ। ਇਹ ਕਿਸ ਨੇ ਕਿਹਾ ਹੈ? ਇਹ ਕਿਹਾ ਹੈ ਮੌਲਾ ਬਖਸ਼ ਕੁਸਤਾ ਤੇ ਡਾਕਟਰ ਰਤਨ ਸਿੰਘ ਜੱਗੀ ਨੇ। ਇਹਨਾਂ ਦੋਨਾਂ ਦਾ ਵਿਚਾਰ ਹੈਗਾ ਕਿ ਜਿਹੜਾ शेख फरीद जी ਦਾ ਜਨਮ ਹੋਇਆ ਸੀ ਉਹ ਕਿੱਥੇ ਹੋਇਆ ਸੀ? 4 ਅਪ੍ਰੈਲ ਨੂੰ ਹੋਇਆ ਸੀ 1173 ਈਸਵੀ ਵਿੱਚ। ਤੇ 569 ਹਿਜਰੀ ਵਿੱਚ ਵੀ ਇਹਨਾਂ ਜਨਮ ਦਿਨ ਦੱਸਿਆ ਜਾਂਦਾ ਹੈ। ਇਹ ਕਿਸ ਦੇ ਅਨੁਸਾਰ ਹੈਗਾ? ਇਹ ਮੁਸਲਮਾਨ ਕੈਲੰਡਰ ਜਿਹੜੇ ਬਣੇ ਹੈਗੇ ਆ ਉਹਨਾਂ ਦੇ ਅਨੁਸਾਰ शेख फरीद जी ਦਾ ਜਨਮ ਕਦੋਂ ਹੋਇਆ ਸੀ? 569 ਹਿਜਰੀ ਵਿੱਚ ਹੋਇਆ ਸੀ। ਮੁਸਲਿਮ ਕੈਲੰਡਰ ਇਹ ਦੱਸਦੇ ਹੈਗੇ ਆ। ਇਸ ਤੋਂ ਇਲਾਵਾ 582 ਹਿਜਰੀ ਯਾਨੀ ਕਿ 1186 ਈਸਵੀ ਵਿੱਚ ਜਨਮ ਹੋਇਆ ਦੱਸਿਆ ਗਿਆ ਹੈ। ਇਹ ਦੱਸਿਆ ਗਿਆ ਹੈ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ। ਡਾਕਟਰ ਮੋਹਨ ਸਿੰਘ ਦੀਵਾਨ ਦੇ ਅਨੁਸਾਰ ਇਹ ਦੱਸਿਆ ਗਿਆ ਹੈਗਾ ਕਿ ਇਹਨਾਂ ਦਾ ਜਨਮ ਕਦੋਂ ਹੋਇਆ ਸੀ? 582 ਹਿਜਰੀ ਯਾਨੀ ਕਿ 1186 ਈਸਵੀ ਵਿੱਚ ਹੋਇਆ ਸੀ। शेख फरीद जी ਦੀ ਮੌਤ। शेख फरीद जी ਨੇ ਆਪਣੇ ਕਾਰੋਬਾਰ ਕਰਨ ਤੋਂ ਬਾਅਦ ਤੇ ਰਚਨਾਵਾਂ ਕਰਨ ਤੋਂ ਬਾਅਦ ਰੱਬ ਦੀ ਭਗਤੀ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਦੀ ਡੈਥ 662 ਹਿਜਰੀ ਵਿੱਚ ਹੋਈ ਯਾਨੀ ਕਿ 1266 ਈਸਵੀ ਵਿੱਚ ਇਹਨਾਂ ਦੀ ਡੈਥ ਹੋਈ। ਇੱਕ ਬਲਬਨ ਹੁੰਦਾ ਹੈਗਾ ਦਿੱਲੀ ਸਲਤਨਤ ਦਾ, ਉਹ ਵੀ ਗੱਦੀ ਤੇ 1266 ਈਸਵੀ ਵਿੱਚ ਬੈਠਾ ਸੀ ਤੇ ਉਦੋਂ शेख फरीद जी ਦੀ ਕੀ ਹੋ ਗਈ ਸੀ? ਡੈਥ ਹੋ ਗਈ ਸੀ। ਕਿੱਥੇ ਹੋਈ ਸੀ? ਪਾਕਪਟਨ ਵਿੱਚ ਹੋਈ ਸੀ। ਇਹ ਅੱਜ ਕੱਲ ਪਾਕਿਸਤਾਨ ਵਿੱਚ ਹੈਗਾ ਪਾਕਪਟਨ। शेख फरीद जी ਦੀਆਂ ਜਿਹੜੀਆਂ ਰਚਨਾਵਾਂ ਹੈਗੀਆਂ ਉਹਨਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਹੈਗੀਆਂ। ਉਹਨਾਂ ਦੇ ਵਿਸ਼ੇ ਕੀ ਹੈਗੇ ਆ? ਇੱਕ ਰਿਆਸਮਈ ਕਵੀ। ਇਹਨਾਂ ਦੀ ਜਿਹੜੀ ਸ਼ਲੋਕ ਤੇ ਸ਼ਬਦ ਮਿਲਦੇ ਹੈਗੇ ਆ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਕਿ शेख फरीद जी ਕੀ ਸੀਗੇ? ਇੱਕ ਰਿਆਸਵਾਦੀ ਕਵੀ ਸੀਗੇ, ਕਿਉਂਕਿ ਉਹ ਪ੍ਰਮਾਤਮਾ ਨੂੰ ਮੰਨਦੇ ਸੀਗੇ ਤੇ ਪ੍ਰਮਾਤਮਾ ਦਾ ਦਰਸ਼ਨ ਕਰਨਾ ਚਾਹੁੰਦੇ ਸੀਗੇ ਤੇ ਅਧਿਆਤਮਿਕ ਵਿਚਾਰਾਂ ਦੇ ਧਾਰਨੀ ਸੀਗੇ। ਇਸ ਲਈ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਇੱਕ ਰਿਆਸਵਾਦੀ ਕਵੀ ਕਿਹਾ ਜਾਂਦਾ ਸੀ। ਮੌਤ ਦਾ ਸੰਕਲਪ, ਉਹਨਾਂ ਦੀਆਂ ਰਚਨਾਵਾਂ ਵਿੱਚ ਮੌਤ ਦਾ ਵਿਸ਼ਾ ਵੀ ਮਿਲਦਾ ਹੈਗਾ। ਉਹਨਾਂ ਨੇ ਆਪਣੇ ਸ਼ਲੋਕਾਂ ਦੇ ਸ਼ਬਦਾਂ ਵਿੱਚ ਮੌਤ ਨੂੰ ਹਾਜ਼ਰ ਕਾਦਰ ਮੰਨਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਲੋਕਾਂ ਨੂੰ ਕਿ ਮੌਤ ਹਰ ਸਮੇਂ ਮੌਜੂਦ ਰਹਿੰਦੀ ਹੈ, ਇਸ ਲਈ ਉਹਨਾਂ ਨੂੰ ਮਾੜੇ ਕੰਮ ਨਹੀਂ ਕਰਨੇ ਚਾਹੀਦੇ। ਉਹਨਾਂ ਨੇ ਲਿਖਿਆ ਹੈਗਾ ਕਿ ਫਰੀਦਾ ਜਿਨੀ ਕਮੀ ਨਾ ਹੀ ਗੁਣ ਤੇ ਕਮਰੇ ਸਾਰੇ ਮਤ ਸ਼ਰਮਿੰਦਾ ਹੋਏ ਸਾਈਂ ਦੇ ਦਰਬਾਰੇ, ਕਿ ਮੌਤ ਨੇ ਆਉਣਾ ਹੈਗਾ, ਇਸ ਲਈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹੈਗੇ ਆ। ਦੁੱਖ ਸੁੱਖ ਦਾ ਸੰਕਲਪ, ਇੱਕ ਉਹਨਾਂ ਦੀਆਂ ਰਚਨਾਵਾਂ ਤੋਂ ਦੁੱਖ ਸੁੱਖ ਦਾ ਵੀ ਪਤਾ ਲੱਗਦਾ ਹੈਗਾ। ਉਹਨਾਂ ਨੇ ਲਿਖਿਆ ਹੈ ਸ਼ਲੋਕ ਵਿੱਚ, ਫਰੀਦਾ ਮੈਂ ਸਮਝਿਆ ਦੁੱਖ ਮੁਝਕੋ ਦੁੱਖ ਸਭੀ ਜਗ। ਇਹ ਸ਼ਲੋਕ ਵੀ ਉਹਨਾਂ ਨੇ ਲਿਖਿਆ ਹੈਗਾ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਸੁੱਖ ਤੇ ਦੁੱਖ ਦੋਵੇਂ ਅੰਗ ਹੈਗੇ ਆ ਜ਼ਿੰਦਗੀ ਦੇ, ਤੇ ਇਹ ਆਦਮੀ ਨੂੰ ਭੋਗਣੇ ਹੀ ਪੈਂਦੇ ਹਨ। ਬਿਰਹਾ ਸੰਕਲਪ। ਇਸ ਤੋਂ ਇਲਾਵਾ ਸ਼ੇਖ ਫਰੀਦ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਬਿਰਹਾ ਦੇ ਸੰਕਲਪ ਨੂੰ ਵੀ ਇੱਕ ਵਿਸ਼ੇ ਦੇ ਤੌਰ ਤੇ ਪੇਸ਼ ਕਰਨ ਦਾ ਯਤਨ ਕੀਤਾ ਹੈਗਾ। ਉਹ ਲਿਖਦੇ ਹਨ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤਨ ਬਿਰਹਾ ਨਾ ਉਪਜੇ ਸੋ ਤਨ ਜਾਨ ਨਿਸ਼ਾਨ। ਕਿ ਬਿਰਹਾ ਦਾ ਹੋਣਾ ਵੀ ਜ਼ਰੂਰੀ ਹੈ। ਜਦੋਂ ਆਪਾਂ ਕਿਸੇ ਨੂੰ ਮਿਲਦੇ ਹੈਗੇ ਆ ਤੇ ਉਸ ਤੋਂ ਵਿਛੜਨਾ ਵੀ ਜ਼ਰੂਰੀ ਹੁੰਦਾ ਹੈ। ਇਸ ਲਈ ਇਹ ਦੁੱਖ ਸੁੱਖ ਜ਼ਿੰਦਗੀ ਦੇ ਭਾਗ ਹੁੰਦੇ ਹਨ ਤੇ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਇੱਕ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਕਿਹਾ ਹੈ, ਰਜਾ ਤੇ ਹੁਕਮ ਨੂੰ ਮੰਨਣਾ ਚਾਹੀਦਾ ਹੈਗਾ, ਕਿਉਂਕਿ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਹਨ ਤੇ ਭਾਣਾ ਵੀ ਵਰਤਦਾ ਹੀ ਰਹਿੰਦਾ ਹੈ। ਮੌਤ ਵੀ ਹੁੰਦੀ ਰਹਿੰਦੀ ਹੈ, ਕਦੇ ਖੁਸ਼ੀ ਆ ਗਈ, ਕਦੇ ਗਮੀ ਆ ਗਈ, ਕਦੇ ਕਿਸੇ ਦਾ ਵਿਛੜਨਾ ਹੋ ਗਿਆ। ਇਸ ਲਈ ਸਾਨੂੰ ਪਰਮਾਤਮਾ ਦੇ ਇਹਨਾਂ ਰੰਗਾਂ ਨੂੰ ਕੀ ਕਰਨਾ ਚਾਹੀਦਾ ਹੈ, ਉਹਨਾਂ ਦੇ ਹੁਕਮ ਮੰਨ ਕੇ ਉਹਨਾਂ ਨੂੰ ਮੰਨਣਾ ਚਾਹੀਦਾ ਹੈ। ਸ਼ਰੀਅਤ ਦਾ ਧਾਰਨੀ। ਇਸ ਤੋਂ ਇਲਾਵਾ ਸ਼ੇਖ ਫਰੀਦ ਜੀ ਸੀਗੇ, ਉਹ ਸ਼ਰੀਅਤ ਦਾ ਧਾਰਨੀ ਸੀਗੇ। ਸ਼ਰੀਅਤ ਦਾ ਅਰਥ ਹੁੰਦਾ ਹੈ, ਜਿਵੇਂ ਆਪਾਂ ਇਸਲਾਮੀ ਫਲਸਲੇ ਹੋ ਗਏ ਤੇ ਧਰਮ ਕਰਮ ਕਾਂਡ ਹੋ ਗਏ ਤੇ ਇਸਲਾਮੀ ਸਮਾਜ ਹੋ ਗਿਆ, ਇਹਨਾਂ ਦੇ ਜਦੋਂ ਆਪਾਂ ਪੂਰੀ ਤਰ੍ਹਾਂ ਇਹਨਾਂ ਨੂੰ ਧਾਰਨ ਕਰ ਲੈਂਦੇ ਆ, ਉਦੋਂ ਕੀ ਹੋ ਜਾਂਦਾ ਹੈ, ਸ਼ਰੀਅਤ ਆ ਜਾਂਦੀ ਹੈਗੀ ਆ। ਇਸ ਲਈ ਇਹ ਸਾਰੇ ਵਿਚਾਰ ਬਾਣੀ ਵਿੱਚ ਮਿਲਦੇ ਹਨ ਸ਼ੇਖ ਫਰੀਦ ਜੀ ਦੇ। ਇਸ ਲਈ ਸਾਨੂੰ ਪਤਾ ਲੱਗਦਾ ਹੈ ਕਿ ਉਹ ਸ਼ਰੀਅਤ ਦੇ ਧਾਰਨੀ ਵੀ ਸੀਗੇ। ਲਹਿੰਦੀ ਤੇ ਮਲਤਾਨੀ ਦਾ ਪ੍ਰਭਾਵ। ਉਹਨਾਂ ਦੀਆਂ ਰਚਨਾਵਾਂ ਵਿੱਚ ਦੋ ਭਾਸ਼ਾਵਾਂ ਵਰਤੀਆਂ ਗਈਆਂ ਹਨ, ਇੱਕ ਲਹਿੰਦੀ ਪੰਜਾਬੀ ਤੇ ਇੱਕ ਮਲਤਾਨੀ। ਇਸ ਤੋਂ ਇਲਾਵਾ ਉਹਨਾਂ ਨੇ ਅਰਬੀ, ਫਾਰਸੀ, ਹਿੰਦੀ ਤੇ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਪ੍ਰਭੂ ਭਗਤੀ ਦੇ ਲਈ ਪਤੀ ਪਤਨੀ ਦੇ ਪ੍ਰਮਾਣ ਨੂੰ ਸਭ ਤੋਂ ਪਹਿਲਾਂ ਵਰਤਿਆ ਹੈ। ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਪ੍ਰਭੂ ਭਗਤੀ ਦੇ ਲਈ ਪਤੀ ਪਤਨੀ ਦਾ ਜਿਹੜਾ ਪ੍ਰਮਾਣ ਹੈਗਾ ਉਸ ਨੂੰ ਸਭ ਤੋਂ ਪਹਿਲਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਇਸ ਤੋਂ ਇਲਾਵਾ ਸ਼ੇਖ ਫਰੀਦ ਜੀ ਬਾਰੇ ਅੱਗੇ ਵੀ ਆਪਾਂ ਪੜ੍ਹਦੇ ਹਾਂ, ਕਿਉਂਕਿ ਇੰਨਾ ਕੁਛ ਲਿਖਣਾ ਔਖਾ ਹੋ ਜਾਂਦਾ ਸੀ, ਇਸ ਲਈ ਮੈਂ ਪਹਿਲਾਂ ਹੀ ਲਿਖ ਲਿਆ, ਬਸ ਹੁਣ ਸਮਝਾਉਣਾ ਹੀ ਹੈਗਾ ਤੁਹਾਨੂੰ। ਅਗਲਾ ਹੈਗਾ ਵਿੱਦਿਆ। ਸ਼ੇਖ ਫਰੀਦ ਜੀ ਨੇ ਜਿਹੜੀ ਵਿੱਦਿਆ ਸੀਗੀ ਉਹ ਗਜਨੀ ਤੇ ਕਾਬਲ ਤੋਂ ਪ੍ਰਾਪਤ ਕੀਤੀ ਸੀ। ਇਹ ਤੁਸੀਂ ਯਾਦ ਰੱਖਣਾ ਹੈਗਾ, ਗਜਨੀ ਤੇ ਕਾਬਲ ਤੋਂ ਇਹਨਾਂ ਨੇ ਕੀ ਕੀਤੀ ਸੀ, ਸਿੱਖਿਆ ਪ੍ਰਾਪਤ ਕੀਤੀ ਸੀ। ਕੁਰਾਨ ਦੀ ਵਿੱਦਿਆ ਉਹਨਾਂ ਨੇ ਲਈ ਸੀ ਮੌਲਾਨਾ ਅਬੂ ਹਾਫਿਜ਼ ਤੋਂ। ਮੌਲਾਨਾ ਅਬੂ ਹਾਫਿਜ਼ ਤੋਂ ਉਹਨਾਂ ਨੇ ਕੁਰਾਨ ਦੀ ਵਿੱਦਿਆ ਲਈ ਸੀ। ਇਸ ਤੋਂ ਇਲਾਵਾ ਉਹਨਾਂ ਨੇ ਅਬਦੁਲ ਕਾਦਰ ਜਿਲਾਨੀ, ਸ਼ੇਖ ਸਾਬੂਦੀਨ ਸੇਹਰਾਵਰਦੀ, ਖਵਾਜਾ ਮਵੀਨਦੀਨ ਚਿਸ਼ਤੀ ਤੇ ਤੈਫ ਸ਼ੇਖ ਕਰਸਾਨੀ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ। ਇਹ ਤੁਸੀਂ ਸਾਰਾ ਕੁਝ ਯਾਦ ਰੱਖਣਾ ਹੈਗਾ ਕਿ ਇਹਨਾਂ ਬੰਦਿਆਂ ਤੋਂ ਵੀ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਸੀ। ਕਈ ਵਾਰੀ ਆਪਸ਼ਨਾਂ ਵਿੱਚ ਪਾ ਦਿੰਦੇ ਹਨ ਕਿ ਕਿਹਨਾਂ ਤੋਂ ਸ਼ੇਖ ਫਰੀਦ ਜੀ ਨੇ ਸਿੱਖਿਆ ਨਹੀਂ ਪ੍ਰਾਪਤ ਕੀਤੀ ਸੀ। ਕੁਰਾਨ ਤਾਂ ਸਿੱਖਿਆ ਸੀ ਉਹਨਾਂ ਨੇ ਮੌਲਾਨਾ ਅਬੂ ਹਾਫਿਜ਼ ਤੋਂ। ਇਸ ਤੋਂ ਇਲਾਵਾ ਅਬਦੁਲ ਕਾਦਰ ਜਿਲਾਨੀ, ਸ਼ੇਖ ਸਾਬੂਦੀਨ ਸੇਹਰਾਵਰਦੀ, ਖਵਾਜਾ ਮਵੀਨਦੀਨ ਚਿਸ਼ਤੀ ਤੇ ਤੈਫ ਸ਼ੇਖ ਕਰਸਾਨੀ ਤੋਂ ਵੀ ਵਿੱਦਿਆ ਪ੍ਰਾਪਤ ਕੀਤੀ ਸੀ। ਇਹ ਚਿਸ਼ਤੀ ਸੂਫੀ ਮਤ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਇਹ ਤੁਹਾਨੂੰ ਦੱਸਣਾ ਭੁੱਲ ਗਏ ਕਿ ਇਹਨਾਂ ਦੀ ਜਿਹੜੀ ਸੰਪਰਦਾ ਸੀਗੀ ਉਹ ਕਿਹੜੀ ਸੀਗੀ। ਇਹਨਾਂ ਦੀ ਸੰਪਰਦਾ ਜਿਹੜੀ ਸੀਗੀ ਉਹ ਚਿਸ਼ਤੀ ਸੀਗੀ। ਜਿਵੇਂ ਚਿਸ਼ਤੀ ਹੋ ਗਏ, ਸੇਹਰਾਵਰਦੀ ਹੋ ਗਏ, ਫਰਦੋਸ਼ੀ ਹੋ ਗਿਆ, ਇਹ ਸਾਰੀਆਂ ਸੰਪਰਦਾਵਾਂ ਸੂਫੀ ਮਤ ਨਾਲ ਸੰਬੰਧਿਤ ਸੀਗੀਆਂ। ਇਸ ਤੋਂ ਇਲਾਵਾ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਸ਼ੇਖ ਫਰੀਦ ਜੀ ਕਿੱਥੇ ਆ ਗਏ ਸੀਗੇ। ਸ਼ੇਖ ਫਰੀਦ ਜੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਦਿੱਲੀ ਆ ਗਏ ਸੀਗੇ ਤੇ ਦਿੱਲੀ ਵਿੱਚ ਇਹਨਾਂ ਨੇ ਇਸਲਾਮੀ ਵਿੱਦਿਆ ਜਿਹੜੀ ਪ੍ਰਾਪਤ ਕੀਤੀ ਸੀ ਉਹ ਕੀਤੀ ਸੀ ਕੁਤਬਦੀਨ, ਇਹ ਯਾਦ ਰੱਖੋ ਤੁਸੀਂ, ਕੁਤਬਦੀਨ ਬਖਤਿਆਰ ਕਾਕੀ ਤੋਂ। ਕੁਤਬਦੀਨ ਬਖਤਿਆਰ ਕਾਕੀ ਜਿਹੜਾ ਇਹਨਾਂ ਦਾ ਗੁਰੂ ਜੀ ਵੀ ਸੀਗਾ ਸ਼ੇਖ ਫਰੀਦ ਜੀ ਦਾ, ਉਹਨਾਂ ਤੋਂ ਕੀ ਪ੍ਰਾਪਤ ਕੀਤੀ, ਇਸਲਾਮੀ ਸਿੱਖਿਆ ਪ੍ਰਾਪਤ ਕੀਤੀ। ਤੇ ਕੁਤਬਦੀਨ ਬਖਤਿਆਰ ਕਾਕੀ ਦੀ ਯਾਦ ਵਿੱਚ ਹੀ ਕੀ ਬਣਾਇਆ ਗਿਆ ਹੈਗਾ, ਕੁਤਬ ਮੀਨਾਰ ਬਣਾਇਆ ਗਿਆ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਤੇ ਕੁਤਬਦੀਨ ਬਖਤਿਆਰ ਕਾਕੀ ਤੋਂ ਦਿੱਲੀ ਵਿੱਚ ਇਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ। ਕਿਹੜੀ ਜਗ੍ਹਾ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ, ਦਿੱਲੀ ਵਿੱਚ ਇੱਕ ਹੈਗਾ ਹਰਿਆਣਾ ਖੇਤਰ ਵਿੱਚ ਪੈਂਦਾ ਹੈਗਾ ਹਾਸੀ ਵਿੱਚ ਇਹਨਾਂ ਨੇ ਇਸਲਾਮਿਕ ਸਿੱਖਿਆ ਪ੍ਰਾਪਤ ਕੀਤੀ ਸੀ। ਕਿਸ ਤੋਂ, ਕੁਤਬਦੀਨ ਬਖਤਿਆਰ ਕਾਕੀ ਤੋਂ, ਇਹ ਯਾਦ ਰੱਖਣਾ ਹੈਗਾ। ਇਸ ਤੋਂ ਬਾਅਦ ਕੁਤਬਦੀਨ ਬਖਤਿਆਰ ਕਾਕੀ ਦੀ ਡੈਥ ਹੋ ਜਾਂਦੀ ਹੈ ਤੇ ਇਹ ਕਿੱਥੇ ਆ ਜਾਂਦੇ ਹਨ, ਇਹ ਆ ਜਾਂਦੇ ਹੈ ਅਯੋਧਨ ਤੇ ਬਾਅਦ ਵਿੱਚ ਇਹਨਾਂ ਦੀ ਪਵਿੱਤਰਤਾ ਦੇ ਕਾਰਨ ਅਯੋਧਨ ਦਾ ਨਾਂ ਕੀ ਪੈ ਗਿਆ ਸੀਗਾ, ਪਾਕਪਟਨ ਪੈ ਗਿਆ ਸੀ। ਇਹ ਵੀ ਤੁਸੀਂ ਯਾਦ ਰੱਖਣਾ ਹੈਗਾ। ਉਸ ਤੋਂ ਬਾਅਦ ਸ਼ੇਖ ਫਰੀਦ ਜੀ ਦਾ ਵਿਆਹ। ਸ਼ੇਖ ਫਰੀਦ ਜੀ ਦੇ 4 ਪਤਨੀਆਂ ਸੀਗੀਆਂ। ਮੁਸਲਮਾਨਾਂ ਵਿੱਚ ਉਸ ਸਮੇਂ ਬਹੁ ਵਿਆਹ ਰਿਵਾਜ ਸੀਗਾ।
ਇਹ ਤੁਹਾਨੂੰ ਪਤਾ ਹੀ ਹੈ, ਹੁਣ ਵੀ ਹੈਗਾ ਉਹਨਾਂ ਦੇ ਵਿੱਚ। ਅੱਜ ਕੱਲ੍ਹ ਤਾਂ ਆਪਣੇ ਤੋਂ ਇੱਕ ਪਤਨੀ ਸੰਭਾਲਣੀ ਔਖੀ ਹੋ ਜਾਂਦੀ ਹੈਗੀ ਆ ਵਿਆਹ ਤੋਂ ਬਾਅਦ। ਤਾਂ ਇਹਨਾਂ ਦੇ ਕਿੰਨੀਆਂ ਪਤਨੀਆਂ ਸੀਗੀਆਂ? 4 ਪਤਨੀਆਂ ਸੀਗੀਆਂ। ਕਿਹੜੀਆਂ ਸੀ? ਪਹਿਲੀ ਪਤਨੀ ਦਾ ਨਾਮ ਬੀਬੀ ਨਜੀਬ ਸੀ, ਦੂਜੀ ਪਤਨੀ ਦਾ ਨਾਮ ਬੀਬੀ ਜੰਜੀਰੇ, ਤੇ ਤੀਜੀ ਪਤਨੀ ਦਾ ਨਾਮ ਬੀਬੀ ਖਤੂਨ, ਤੇ ਚੌਥੀ ਪਤਨੀ ਦਾ ਨਾਮ ਬੀਬੀ ਓਮੀ ਕੁਲਸੂਮ ਸੀ। ਤੇ ਇਹਨਾਂ ਦੇ 6 ਬੱਚੇ ਹੋਏ ਸੀਗੇ। 4 ਤਾਂ ਲੜਕੇ ਸੀ। ਹਜ਼ਰਤ ਸਾਬੂਦੀਨ, ਪਹਿਲੇ ਲੜਕੇ ਦਾ ਨਾਮ ਸੀ ਹਜ਼ਰਤ ਸਾਬੂਦੀਨ, ਦੂਸਰੇ ਦਾ ਨਾਮ ਸੀ ਹਜ਼ਰਤ ਨਮਾਜੂਦੀਨ, ਤੀਜੇ ਦਾ ਨਾਮ ਸੀ ਹਜ਼ਰਤ ਬਦਰੂਦੀਨ ਸੁਲੇਮਾਨ, ਤੇ ਚੌਥੇ ਦਾ ਨਾਮ ਸੀ ਹਜ਼ਰਤ ਮੁਹੰਮਦ, ਜਿਸ ਨੇ ਇਸਲਾਮ ਧਰਮ ਦਾ ਮੋਢੀ ਸੀ ਜਿਹੜਾ ਹਜ਼ਰਤ ਮੁਹੰਮਦ, ਉਹ ਵੀ ਇਹਨਾਂ ਦਾ ਬੇਟਾ ਸੀਗਾ। ਇਸ ਤੋਂ ਇਲਾਵਾ ਇਹਨਾਂ ਦੀਆਂ 2 ਬੇਟੀਆਂ ਸੀਗੀਆਂ, ਬੀਬੀ ਫਾਤਮਾ ਤੇ ਬੀਬੀ ਕਸਤੂਰਾ। ਇਹ ਯਾਦ ਰੱਖਣਾ ਹੈਗਾ, ਬੀਬੀ ਫਾਤਮਾ ਤੇ ਬੀਬੀ ਕਸਤੂਰਾ। ਇਹਨਾਂ ਦਾ ਬਹੁਤ ਵੱਡਾ ਪਰਿਵਾਰ ਸੀ, ਇਸ ਲਈ ਵੱਡੇ ਪਰਿਵਾਰ ਦੇ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਆਦਮ ਸਾਨੀ ਕਿਹਾ ਜਾਂਦਾ ਸੀ। ਇਹ ਵੀ ਯਾਦ ਰੱਖਣਾ ਹੈਗਾ, ਵਡੇਰੇ ਪਰਿਵਾਰ ਦੇ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਆਦਮ ਸਾਨੀ ਕਿਹਾ ਜਾਂਦਾ ਸੀ। ਸੂਫੀ ਮਤ ਦੇ ਪੜਾਅ। ਇਸ ਤੋਂ ਇਲਾਵਾ ਸੂਫੀ ਮਤ ਦੇ ਉਸ ਸਮੇਂ ਪੜਾਅ ਸੀਗੇ। ਪਹਿਲਾ ਸੀ ਸ਼ਰੀਅਤ, ਇਹਨਾਂ ਵਿੱਚ ਇਹ ਵਿਸ਼ਵਾਸ ਕਰਦੇ ਸੀਗੇ ਜਿਹੜੇ ਸ਼ੇਖ ਫਰੀਦ ਜੀ ਸੀਗੇ, ਸ਼ਰੀਅਤ। ਦੂਜਾ ਸੀ ਤਰੀਕਤ, ਤੀਜਾ ਸੀ ਮਾਰਫਤ, ਤੇ ਚੌਥਾ ਸੀ ਹਕੀਕਤ। ਇਹ ਸਾਰੇ ਸੂਫੀ ਮਤ ਦੇ ਪੜਾਅ ਸੀਗੇ ਉਸ ਸਮੇਂ। ਤੇ ਇਸ ਤੋਂ ਇਲਾਵਾ ਇਹਨਾਂ ਨੇ ਪਦਵੀਆਂ ਵੀ ਧਾਰਨ ਕੀਤੀਆਂ ਸੀ, ਟਾਈਟਲ ਹਾਜੀ ਦੀ ਤੇ ਹਾਫਜ਼ ਦੀ, ਇਹ ਯਾਦ ਰੱਖਣਾ ਹੈਗਾ। ਇਸ ਤੋਂ ਅੱਗੇ ਸ਼ੇਖ ਫਰੀਦ ਜੀ ਦੇ ਜਿਹੜੇ ਚੇਲੇ ਸੀਗੇ, ਸ਼ਾਗਿਰਦ ਸੀਗੇ, ਸ਼ਿਸ਼ ਸੀਗੇ ਜਿਨ੍ਹਾਂ ਦੇ, ਉਹ 3 ਸੀਗੇ। ਇਹ ਸੀਗੇ, ਪਹਿਲੇ ਨੰਬਰ ਤੇ ਸੀਗਾ ਨਮਾਜੂਦੀਨ, ਯਾਦ ਰੱਖੋ, ਨਮਾਜੂਦੀਨ ਔਲੀਆ। ਦੂਜੇ ਨੰਬਰ ਤੇ ਸੀ ਜਮਾਲੂਦੀਨ ਹਾਸ। ਤੀਜੇ ਨੰਬਰ ਤੇ ਸੀ ਅਲਾਉਦੀਨ ਸਬੀਰ ਕਲਿਆਰੀ। ਅਲਾਉਦੀਨ ਸਬੀਰ ਕਲਿਆਰੀ। ਇਹ 3 ਇਹਨਾਂ ਦੇ ਚੇਲੇ ਸੀਗੇ। ਜਿਹੜੇ ਨਮਾਜੂਦੀਨ ਔਲੀਆ ਸੀਗਾ, ਜਿਹੜਾ ਸ਼ੇਖ ਫਰੀਦ ਤੋਂ ਬਾਅਦ ਗੁਰਗੱਦੀ ਤੇ ਬੈਠਾ ਸੀਗਾ, ਇਹ ਤੁਹਾਨੂੰ ਯਾਦ ਹੋਊਗਾ, ਇਹਨੇ 8 ਸੁਲਤਾਨਾਂ ਦਾ ਕਾਲ ਦੇਖਿਆ ਸੀ। ਅਮੀਰ ਖੁਸਰੋ ਨੇ ਵੀ 8 ਸੁਲਤਾਨਾਂ ਦਾ ਕਾਲ ਵੇਖਿਆ ਸੀ, ਤੇ ਨਮਾਜੂਦੀਨ ਔਲੀਆ ਨੇ ਵੀ 8 ਸੁਲਤਾਨਾਂ ਦਾ ਕਾਲ ਦੇਖਿਆ ਸੀ ਆਪਣੇ ਜੀਵਨ ਕਾਲ ਵਿੱਚ। ਇਸ ਤੋਂ ਇਲਾਵਾ ਇਸ ਦੀ ਬਹਿਸ ਹੁੰਦੀ ਰਹਿੰਦੀ ਸੀ ਤੁਗਲਕ ਵੰਸ਼ ਦੇ ਗਿਆਸੂਦੀਨ ਤੁਗਲਕ ਨਾਲ। ਉਸ ਨੂੰ ਕਿਹਾ ਸੀ ਕਿ ਤੂੰ ਦਿੱਲੀ ਤੇ ਅਧਿਕਾਰ ਨਹੀਂ ਕਰ ਸਕਦਾ, ਉਸ ਨੇ ਇਸ ਨੂੰ ਬਾਹਰ ਕੱਢਤਾ ਸੀਗਾ। ਉਸ ਨਾਲ ਕਾਫੀ ਟੱਕਰ ਰਹੀ ਸੀਗੀ ਨਮਾਜੂਦੀਨ ਔਲੀਆ ਦੀ। ਕਿਹਦੇ ਨਾਲ? ਗਿਆਸੂਦੀਨ ਤੁਗਲਕ, ਜਿਹੜਾ ਤੁਗਲਕ ਵੰਸ਼ ਦਾ ਮੋਢੀ ਸੀ, ਜਿਸ ਨੇ ਤੁਗਲਕ ਵੰਸ਼ ਦੀ ਸਥਾਪਨਾ ਕੀਤੀ ਸੀ। 300 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਸ਼ੇਖ ਬ੍ਰਹਮ ਨਾਲ ਮੁਲਾਕਾਤ ਹੋਈ ਸੀ, ਤੇ ਉਹਨਾਂ ਪਾਸੋਂ ਗੁਰੂ ਜੀ ਨੇ ਫਰੀਦ ਜੀ ਦੀ ਬਾਣੀ ਹਾਸਲ ਕੀਤੀ ਸੀ। ਇਹ ਯਾਦ ਰੱਖਣਾ ਹੈਗਾ। 300 ਸਾਲਾਂ ਬਾਅਦ ਗੁਰੂ ਨਾਨਕ ਦੇਵ ਜੀ ਜਦੋਂ ਸ਼ੇਖ ਬ੍ਰਹਮ ਜਾਂ ਇਬਰਾਹਿਮ ਵੀ ਕਹਿੰਦੇ ਸੀ ਇਹਨੂੰ, ਉਹਨਾਂ ਨਾਲ ਮੁਲਾਕਾਤ ਹੋਈ ਸੀ। ਇਹਨਾਂ ਨਾਲ 2 ਵਾਰੀ ਮੁਲਾਕਾਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ, ਤੇ ਉਹਨਾਂ ਪਾਸੋਂ ਕੀ ਪ੍ਰਾਪਤ ਕੀਤੀ? ਸ਼ੇਖ ਫਰੀਦ ਦੀ ਬਾਣੀ ਹਾਸਲ ਕੀਤੀ ਸੀ, ਤੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਸ਼ਾਮਲ ਕੀਤਾ ਸੀ। ਚਿਸ਼ਤੀ ਸਿਲਸਿਲੇ ਦੇ ਗੱਦੀਦਾਰ, ਜਿਹੜੇ ਚਿਸ਼ਤੀ ਸਿਲਸਿਲਾ ਜਿਹੜਾ ਇਹਨਾਂ ਨੇ ਚਲਾਇਆ ਸੀ ਸ਼ੇਖ ਫਰੀਦ ਜੀ ਨੇ, ਉਹਨਾਂ ਦੇ ਜਿਹੜੇ ਪਹਿਲੇ ਗੱਦੀਦਾਰ ਸੀਗੇ ਉਹ ਖਵਾਜਾ ਹਸਨ ਬਸਰੀ ਸੀਗਾ। ਇਹ ਯਾਦ ਰੱਖਣਾ ਹੈਗਾ। ਜਿਹੜੀ ਚਿਸ਼ਤੀ ਸਿਲਸਿਲਾ ਆਪਾਂ ਪੜ੍ਹ ਰਹੇ ਹੈਗੇ ਹਾਂ, ਸ਼ੇਖ ਫਰੀਦ ਦੀ ਸਿਲਸਿਲੇ ਨੂੰ ਪੜ੍ਹ ਰਹੇ ਹੈਗੇ ਹਾਂ, ਸਪਰਦਾ ਨੂੰ, ਸੂਫੀ ਕਾਵੀ 'ਚ, ਤਾਂ ਉਹ ਚਿਸ਼ਤੀ ਸਪਰਦਾ ਜਿਹੜਾ ਪਹਿਲਾ ਗੱਦੀਦਾਰ ਬਣਿਆ ਸੀ, ਜਿਵੇਂ ਆਪਣਾ ਸਿੱਖ ਧਰਮ ਵਿੱਚ ਪਹਿਲਾ ਮੋਢੀ ਕਿਹੜਾ ਸੀ? ਗੁਰੂ ਨਾਨਕ ਦੇਵ ਜੀ। ਤਾਂ ਇਹਨਾਂ ਦਾ ਪਹਿਲਾ ਜਿਹੜਾ ਮੋਢੀ ਸੀ, ਗੱਦੀਦਾਰ ਸੀ, ਉਹ ਸੀ ਖਵਾਜਾ ਹਸਨ ਬਸਰੀ ਸੀਗਾ। ਤੇ 8ਵੇਂ ਨੰਬਰ ਤੇ ਸੀਗਾ ਖਵਾਜਾ ਅਬੂ ਇਸਹਾਕ। ਖਵਾਜਾ ਅਬੂ ਇਸਹਾਕ। ਤੇ ਇਸ ਕਰਕੇ ਹੀ ਇਸ ਘਰਾਣੇ ਦਾ ਨਾਂ ਕੀ ਪਿਆ ਸੀ? ਚਿਸ਼ਤੀ ਪਿਆ ਸੀ। ਖਵਾਜਾ ਅਬੂ ਇਸਹਾਕ ਦੇ ਕਰਕੇ ਹੀ ਇਸ ਘਰਾਣੇ ਦਾ ਕੀ ਨਾਂ ਪੈ ਗਿਆ ਸੀ? ਚਿਸ਼ਤੀ ਪੈ ਗਿਆ ਸੀ। ਤੇ 14ਵੇਂ ਨੰਬਰ ਤੇ ਜਿਹੜਾ ਇਹਨਾਂ ਦਾ ਗੱਦੀਦਾਰ ਸੀ ਉਹ ਸੀ ਖਵਾਜਾ ਮੁਈਨੁਦੀਨ ਚਿਸ਼ਤੀ। ਇਹਨੂੰ ਤਾਂ ਤੁਸੀਂ ਜਾਣਦੇ ਹੋਵੋਗੇ। 15ਵੇਂ ਨੰਬਰ ਤੇ ਸੀ ਕੁਤਬਦੀਨ ਬਖਤਿਆਰ ਕਾਕੀ, ਤੇ 16ਵੇਂ ਨੰਬਰ ਤੇ ਸੀ ਸ਼ੇਖ ਫਰੀਦ ਜੀ, ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ। ਤੇ 17ਵੇਂ ਨੰਬਰ ਤੇ ਸੀ ਨਮਾਜੂਦੀਨ ਔਲੀਆ, ਸ਼ੇਖ ਨਮਾਜੂਦੀਨ ਔਲੀਆ। ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹੈਗੇ ਆ ਕਿ ਜਿਹੜਾ ਨਮਾਜੂਦੀਨ ਔਲੀਆ ਸੀ, ਇਸ ਦੀ ਦਰਗਾਹ ਕਿੱਥੇ ਹੈਗੀ ਆ? ਇਸ ਦੀ ਦਰਗਾਹ ਦਿੱਲੀ ਵਿੱਚ ਹੈਗੀ ਆ। ਇਹਦਾ ਮਕਬਰਾ ਪੁੱਛ ਲੈਣ ਕਿੱਥੇ ਹੈਗਾ? ਦਿੱਲੀ ਵਿੱਚ ਹੈਗਾ। ਸ਼ੇਖ ਫਰੀਦ ਜੀ ਦਾ ਕਿੱਥੇ ਹੈਗਾ? ਪਾਕਪਟਨ ਵਿੱਚ ਹੈਗਾ, ਪਾਕਿਸਤਾਨ 'ਚ ਅੱਜ ਕੱਲ੍ਹ।
ਤੇ ਕੁਤਬਦੀਨ ਬਖਤਿਆਰ ਕਾਕੀ ਦਾ ਕਿੱਥੇ ਹੈਗਾ? ਕੁਤਬਦੀਨ ਬਖਤਿਆਰ ਕਾਕੀ ਦਾ ਜਿਹੜਾ ਮਕਬਰਾ ਹੈਗਾ ਉਹ ਵੀ ਦਿੱਲੀ ਵਿੱਚ ਹੈਗਾ। ਤੇ ਖਵਾਜਾ ਮਵੀਨਦੀਨ ਚਿਸ਼ਤੀ ਸੀਗਾ ਜਿਹੜਾ, ਇਹਨਾਂ ਦਾ ਜਿਹੜਾ ਮਕਬਰਾ ਹੈਗਾ ਉਹ ਅਜਮੇਰ ਵਿੱਚ ਹੈਗਾ, ਇਹ ਯਾਦ ਰੱਖਣਾ ਹੈਗਾ। ਇਸ ਤੋਂ ਇਲਾਵਾ ਹੁਣ ਤੁਹਾਨੂੰ ਇਹ ਵੀ ਦੱਸਤਾ ਕਿ ਨਮਾਜ਼ੁਦੀਨ ਔਲੀਆ ਦੇ ਗੁਰੂ ਦਾ ਨਾਂ ਕੀ ਹੋ ਗਿਆ? ਸ਼ੇਖ ਫਰੀਦ ਹੋ ਗਿਆ। ਸ਼ੇਖ ਫਰੀਦ ਦੇ ਗੁਰੂ ਦਾ ਨਾਂ ਕੀ ਹੋ ਗਿਆ? ਕੁਤਬਦੀਨ ਬਖਤਿਆਰ ਕਾਕੀ ਹੋ ਗਿਆ। ਕੁਤਬਦੀਨ ਬਖਤਿਆਰ ਕਾਕੀ ਦੇ ਗੁਰੂ ਦਾ ਨਾਂ ਕੀ ਹੋ ਗਿਆ? ਮਵੀਨਦੀਨ ਚਿਸ਼ਤੀ ਹੋ ਗਿਆ। ਮਵੀਨਦੀਨ ਚਿਸ਼ਤੀ ਦੇ ਗੁਰੂ ਸੀਗੇ ਇੱਕ, ਉਹਨਾਂ ਦਾ ਨਾਂ ਸੀਗਾ ਉਸਮਾਨ ਹਰੂਨੀ। ਉਸਮਾਨ ਹਰੂਨੀ ਸੀਗਾ ਜਿਹੜਾ, ਇਹ ਮਵੀਨਦੀਨ ਜਿਹੜਾ ਚਿਸ਼ਤੀ ਸੀ ਉਸ ਦਾ ਗੁਰੂ ਸੀਗਾ। ਤੇ ਇਸ ਦੀ ਦਰਗਾਹ ਕਿੱਥੇ ਹੈਗੀ ਹੈ? ਹੁਰਾਨੀ ਉਸਮਾਨ ਹੁਰਾਨੀ। ਇਸ ਦੀ ਦਰਗਾਹ ਵੀ ਕਿੱਥੇ ਹੈਗੀ ਹੈ? ਇਹਦਾ ਮਕਬਰਾ ਵੀ ਅਜਮੇਰ ਵਿੱਚ ਹੈਗਾ। ਇਹਨਾਂ ਦੋਨਾਂ ਦੇ ਮਕਬਰੇ ਕਿੱਥੇ ਹੈਗੇ ਆ? ਅਜਮੇਰ ਵਿੱਚ ਹੈਗੇ ਆ, ਮਵੀਨਦੀਨ ਚਿਸ਼ਤੀ ਦਾ ਤੇ ਉਸਦੇ ਗੁਰੂ ਉਸਮਾਨ ਹੁਰਾਨੀ ਦਾ। ਤਾਂ ਬਖਤਿਆਰ ਕਾਕੀ ਨਾਲ ਮੁਲਾਕਾਤ ਇਹਨਾਂ ਦੀ ਜਿਹੜੀ ਹੋਈ ਸੀ ਉਹ ਹੋਈ ਸੀ ਮਲਤਾਨ ਵਿੱਚ, ਇਹ ਯਾਦ ਰੱਖਣਾ। ਪਹਿਲੀ ਮੁਲਾਕਾਤ ਹੋਈ ਸੀ ਇਹਨਾਂ ਦੀ। ਤੇ ਪੰਜਾਬੀ ਸਾਹਿਤ ਵਿੱਚ ਜਿਹੜਾ ਸ਼ੇਖ ਫਰੀਦ ਜੀ ਦਾ ਯੋਗਦਾਨ ਹੈਗਾ, ਇਹਨਾਂ ਦੇ ਇੱਕ ਤਾਂ ਮਿਲਦੇ ਹੈਗੇ ਸ਼ਬਦ ਤੇ ਇੱਕ ਮਿਲਦੇ ਹੈਗੇ ਸ਼ਲੋਕ। ਸ਼ਬਦਾਂ ਦੀ ਗਿਣਤੀ ਗ੍ਰੰਥ ਸਾਹਿਬ ਵਿੱਚ ਹੈਗੀ 112 ਤੇ ਸ਼ਲੋਕਾਂ ਦੀ ਗਿਣਤੀ ਹੈਗੀ ਹੈ 4 ਤੇ ਜਿਹੜੇ ਸ਼ਲੋਕ ਹੈਗੇ ਆ ਉਹ 2 ਰਾਗਾਂ ਵਿੱਚ ਮਿਲਦੇ ਹੈਗੇ ਆ। ਪਹਿਲਾ ਰਾਗ ਕਿਹੜਾ ਹੈਗਾ? 2 ਤਾਂ ਜਿਹੜੇ ਸ਼ਲੋਕ ਹੈਗੇ ਇਹਨਾਂ ਦੇ ਰਾਗ ਆਸਾ ਵਿੱਚ ਮਿਲਦੇ ਹੈਗੇ ਆ ਤੇ ਜਿਹੜੇ 2 ਬਾਕੀ ਹੈਗੇ ਆ ਉਹ ਰਾਗ ਸੂਹੀ ਵਿੱਚ ਮਿਲਦੇ ਹੈਗੇ ਆ। ਇਹ ਤੁਸੀਂ ਯਾਦ ਰੱਖਣਾ ਹੈਗਾ, ਸੂਹੀ ਰਾਗ ਵਿੱਚ ਮਿਲਦੇ ਹੈਗੇ ਆ। ਇੱਕ ਰਾਗ ਆਸਾ ਤੇ ਇੱਕ ਰਾਗ ਸੂਹੀ ਵਿੱਚ ਮਿਲਦੇ ਹੈਗੇ ਆ। ਇਸ ਤੋਂ ਇਲਾਵਾ ਇਸਨੇ ਆਪਣੀ ਬਾਣੀ ਵਿੱਚ ਲਹਿੰਦੀ ਪੰਜਾਬੀ ਦੀ ਵਰਤੋਂ ਕੀਤੀ ਹੈਗੀ ਹੈ, ਜਿਸ ਨੂੰ ਮੁਲਤਾਨੀ ਭਾਸ਼ਾ ਵੀ ਕਹਿੰਦੇ ਹੈਗੇ ਆ। ਇਸ ਤੋਂ ਇਲਾਵਾ ਇਹਨਾਂ ਨੇ ਅਰਬੀ, ਫਾਰਸੀ, ਹਿੰਦੀ, ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਵੀ ਆਪਣੀ ਰਚਨਾਵਾਂ ਵਿੱਚ ਕੀਤੀ ਹੈਗੀ ਹੈ। ਇਹ ਤੁਸੀਂ ਯਾਦ ਰੱਖਣਾ ਹੈਗਾ। ਅਗਲਾ ਜਿਹੜਾ ਆਪਣਾ ਹੈਗਾ, ਅੱਗੇ ਜਾ ਕੇ ਜਿਹੜੀਆਂ ਆਪਾਂ ਇਹਨਾਂ ਦੀ ਸਾਹਿਤ ਵਿੱਚ ਯੋਗਦਾਨ ਦੀ ਗੱਲ ਕਰ ਰਹੇ ਹੈਗੇ ਆ, ਉਹਨਾਂ ਦੇ ਵਿੱਚ ਮੌਲਾ ਬਖਸ਼ ਕੁਸ਼ਤਾ ਨੇ ਇਹ ਲਿਖਿਆ ਹੈਗਾ ਕਿ ਫਰੀਦ ਜੀ ਦੀਆਂ 4 ਪੁਸਤਕਾਂ ਹਨ। ਇੱਕ ਨਜ਼ਮ ਹੈਗੀ ਹੈ ਤੇ ਬਾਕੀ 3 ਵਾਰਤਕ ਰੂਪ ਵਿੱਚ ਹਨ। ਇਹ ਯਾਦ ਰੱਖੋ। ਇਹਨਾਂ ਦੀ ਜਿਹੜੀ ਸਾਹਿਤਕ ਗੱਲ ਆਪਾਂ ਕਰ ਰਹੇ ਹੈਗੇ ਆ, ਉਹਨਾਂ ਵਿੱਚ ਮੌਲਾ ਬਖਸ਼ ਕੁਸ਼ਤਾ ਨੇ ਇਹ ਕਿਹਾ ਹੈਗਾ ਕਿ ਫਰੀਦ ਜੀ ਦੀਆਂ 4 ਪੁਸਤਕਾਂ ਮਿਲਦੀਆਂ ਹਨ। ਇੱਕ ਨਜ਼ਮ ਹੈਗੀ ਹੈ ਤੇ ਬਾਕੀ 3 ਵਾਰਤਕ ਰੂਪ ਵਿੱਚ ਮਿਲਦੀਆਂ ਹੈਗੀਆਂ। ਸੰਤ ਸਿੰਘ ਸੇਖੋਂ ਨੇ ਇਹਨਾਂ ਨੂੰ ਕੀ ਕਿਹਾ ਹੈਗਾ? ਰੂਪਵਾਦੀ ਕਿਹਾ ਹੈਗਾ। ਇਹ ਤੁਸੀਂ ਸਾਰੀਆਂ ਗੱਲਾਂ ਯਾਦ ਰੱਖਣੀਆਂ। ਹਜ਼ਰਤ ਕਰਮਾਨੀ ਨੇ ਇਹਨਾਂ ਨੂੰ ਕੀ ਕਿਹਾ ਹੈਗਾ? ਪੀਰਾਂ ਦਾ ਪੀਰ ਕਿਹਾ ਹੈਗਾ। ਮੀਆਂ ਮੁਹੰਮਦ ਬਖਸ਼ ਨੇ ਇਹਨਾਂ ਨੂੰ ਕੀ ਕਿਹਾ ਹੈਗਾ? ਇਹਨਾਂ ਨੇ ਕਿਹਾ ਹੈਗਾ ਮਾਰਫਤ ਦਾ ਗਿਆਨਤਾ। ਅਮੀਰ ਖੁਸਰੋ ਨੇ ਸ਼ੇਖ ਫਰੀਦ ਨੂੰ ਕੀ ਕਿਹਾ ਹੈਗਾ? ਬਾਬਾ ਗੁਰੂ ਕਿਹਾ ਹੈਗਾ। ਤੇ ਡਾਕਟਰ ਮੋਹਨ ਸਿੰਘ ਦੀਵਾਨਾ, ਜਿਨ੍ਹਾਂ ਨੇ ਕੀ ਦੱਸਿਆ ਹੈਗਾ? ਸ਼ੇਖ ਫਰੀਦ ਦੀ ਜਿਹੜੀ ਜਨਮ ਦੀ ਤਰੀਕ ਕਿੰਨੀ ਦੱਸੀ ਹੈਗੀ ਆ? 582 ਹਿਜਰੀ ਦੱਸੀ ਹੈਗੀ ਕਿ ਜਾਨੀ ਕਿ 1186 ਏਡੀ। ਉਹਨਾਂ ਦੇ ਅਨੁਸਾਰ ਸ਼ੇਖ ਫਰੀਦ ਜੀ ਕੀ ਸੀਗੇ? ਇਤਿਹਾਸਕ ਪੜਾਅ ਦੇ ਸੂਫੀ ਸੀਗੇ। ਤਾਂ ਇਹ ਸਾਰੀਆਂ ਗੱਲਾਂ ਤੁਸੀਂ ਯਾਦ ਰੱਖਣੀਆਂ ਹੈਗੀਆਂ ਕਿ ਕਿਹੜੇ ਸਾਹਿਤਕਾਰ ਨੇ ਇਹਨਾਂ ਨੂੰ ਕੀ ਕੁਛ ਕਿਹਾ ਹੈਗਾ। ਤੇ ਪੰਜਾਬੀ ਸਾਹਿਤ ਵਿੱਚ ਯੋਗਦਾਨ ਕਰਕੇ ਇੱਕ ਤੁਸੀਂ ਇਹ ਯਾਦ ਰੱਖੋ ਕਿ ਸ਼ੇਖ ਫਰੀਦ ਜੀ ਦਾ ਇੱਕ ਸ਼ਬਦ ਹੁੰਦਾ ਹੈ, ਕੀ ਸੀਗਾ? ਵੈਦਤ ਉਲ ਵਜੂਦ। ਉਸ ਦੇ ਅਨੁਸਾਰ ਇਹ ਹੁੰਦਾ ਹੈਗਾ ਕਿ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈਗਾ। ਪੰਜਾਬੀ ਸਾਹਿਤ ਵਿੱਚ ਯੋਗਦਾਨ ਕਰਕੇ ਆਪ ਜੀ ਨੂੰ ਸਨਮਾਨ ਮਿਲੇ ਹੈਗੇ ਆ। ਆਪ ਜੀ ਦੇ ਸਨਮਾਨ ਬਣਾਏ ਹੈਗੇ ਆ ਕਈ ਥਾਵਾਂ ਤੇ। ਆਪ ਜੀ ਦੇ ਸਨਮਾਨ ਵਿੱਚ ਸ਼ਹਿਰਾਂ ਦੇ ਨਾਂ ਰੱਖੇ ਗਏ ਹੈਗੇ ਆ। ਹੋਰ ਵੀ ਕਾਫੀ ਕੁਝ ਕੀਤਾ ਗਿਆ ਹੈਗਾ। ਤਾਂ ਪੰਜਾਬੀ ਸਾਹਿਤ ਵਿੱਚ ਯੋਗਦਾਨ ਕਰਕੇ ਆਪ ਨੂੰ ਸਨਮਾਨ ਕੀਤਾ ਗਿਆ ਹੈ। ਆਪ ਜੀ ਨੇ ਸਾਹਿਤਕ ਆਦੇਸ਼ਾਂ ਲਈ ਕੀ ਵਰਤੀ ਸੀ? ਪੰਜਾਬੀ ਭਾਸ਼ਾ ਦਾ ਵਿਕਾਸ ਕੀਤਾ ਸੀਗਾ। ਤੇ ਆਪ ਜੀ ਦੀ ਜਿਹੜੀ ਸਾਰੀ ਭਗਤੀ ਕਿਰਤਾ ਹੈਗੀ ਆ ਉਹਦਾ ਅੰਗਰੇਜ਼ੀ ਵਿੱਚ ਅਨੁਵਾਦ ਕਿਹਨੇ ਕੀਤਾ ਹੈਗਾ? ਰਾਣਾ ਨਈਅਰ ਨੇ ਕੀਤਾ ਹੈਗਾ। ਇਹ ਯਾਦ ਰੱਖਣਾ ਹੈਗਾ, ਰਾਣਾ ਨਈਅਰ ਨੇ ਇਹਨਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। ਇਸ ਅਨੁਵਾਦ ਨੂੰ 2007 ਈਸਵੀ ਵਿੱਚ ਸਾਹਿਤ ਅਕਾਦਮੀ ਗੋਲਡਨ ਜੁਬਲੀ ਪੁਰਸਕਾਰ ਮਿਲਿਆ ਸੀਗਾ। ਇਹ ਯਾਦ ਰੱਖਣਾ ਹੈਗਾ। ਜਿਹੜਾ ਰਾਣਾ ਨਈਅਰ ਨੇ
ਇਹਨਾਂ ਦੀ ਜਿਹੜੀ ਸਾਰੀ ਬਾਣੀ ਜਿਹੜੀ ਕਵਿਤਾ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਸੀ, ਜਿਸ ਨੂੰ ਕਿ 2007 ਈਸਵੀ ਵਿੱਚ ਕੀ ਮਿਲਿਆ ਸੀ, ਸਾਹਿਤ ਅਕਾਦਮੀ ਗੋਲਡਨ ਜੁਬਲੀ ਪੁਰਸਕਾਰ ਮਿਲਿਆ ਸੀ। ਤੇ 1999 ਈਸਵੀ ਵਿੱਚ ਫਰੀਦ ਜੀ ਦੀ 800 ਸਾਲਗਿਰਾ ਮਨਾਈ ਗਈ ਸੀ, ਜਿਸ ਵਿੱਚ ਪਾਕਿਸਤਾਨ ਦੇ ਪੋਸਟ ਆਫਿਸ ਨੇ ਇੱਕ ਡਾਕ ਟਿਕਟ ਜਾਰੀ ਕੀਤੀ ਸੀ। ਦੁਬਾਰਾ ਫੇਰ ਸੁਣ ਲਓ। ਇਹਨਾਂ ਦੇ ਸਾਹਿਤਕ ਯੋਗਦਾਨ ਕਰਕੇ ਇਹਨਾਂ ਨੂੰ ਕਾਫੀ ਚੀਜ਼ਾਂ ਵਿੱਚ ਸਨਮਾਨਿਤ ਕੀਤਾ ਗਿਆ। ਕਦੇ ਇਹਨਾਂ ਨੂੰ ਪੁਰਸਕਾਰ ਦਿੱਤੇ ਗਏ ਹਨ ਤੇ ਕਦੇ ਸ਼ੇਖ ਫਰੀਦ ਜੀ ਦੀ ਸਾਲਗਿਰਾ ਜਿਹੜੀ ਮਨਾਈ ਗਈ ਸੀ 1999 ਈਸਵੀ ਵਿੱਚ, ਉਸ ਸਾਲਗਿਰਾ 'ਤੇ ਪਾਕਿਸਤਾਨ ਦਾ ਜਿਹੜਾ ਪੋਸਟ ਆਫਿਸ ਹੈਗਾ ਉਸਨੇ ਕੀ ਜਾਰੀ ਕੀਤੀ ਸੀਗੀ, ਇੱਕ ਡਾਕ ਟਿਕਟ ਜਾਰੀ ਕੀਤੀ ਸੀ। ਇਸ ਤੋਂ ਇਲਾਵਾ ਫਰੀਦਕੋਟ ਸ਼ਹਿਰ ਦਾ ਨਾਂ ਵੀ ਆਪ ਜੀ ਦੇ ਨਾਂ 'ਤੇ ਰੱਖਿਆ ਗਿਆ ਹੈਗਾ। ਫਰੀਦਕੋਟ ਸ਼ਹਿਰ ਨੂੰ ਪਹਿਲਾਂ ਕੀ ਕਿਹਾ ਜਾਂਦਾ ਸੀ, ਮੋਕਲ ਨਗਰ ਕਿਹਾ ਜਾਂਦਾ ਸੀ। ਇਹ ਤੁਸੀਂ ਯਾਦ ਰੱਖਣਾ ਹੈਗਾ, ਮੋਕਲ ਨਗਰ ਕਿਹਾ ਜਾਂਦਾ ਸੀ ਕਿਹਨੂੰ, ਫਰੀਦਕੋਟ ਨੂੰ। ਤੇ ਫਰੀਦਕੋਟ ਦਾ ਨਾਂ ਸ਼ੇਖ ਫਰੀਦ ਜੀ ਦੇ ਨਾਂ 'ਤੇ ਰੱਖਿਆ ਗਿਆ। ਇਸ ਤੋਂ ਇਲਾਵਾ ਦੋ ਗੁਰਦੁਆਰੇ ਵੀ ਮਿਲਦੇ ਹੈਗੇ ਆ, ਇੱਕ ਗੋਦੜੀ ਸਾਹਿਬ ਤੇ ਇੱਕ ਟਿੱਲਾ ਬਾਬਾ ਸ਼ੇਖ ਫਰੀਦ। ਇਹ ਦੋ ਜਿਹੜੇ ਗੁਰਦੁਆਰੇ ਹੈਗੇ ਆ ਉਹ ਵੀ ਸ਼ੇਖ ਫਰੀਦ ਜੀ ਦੇ ਨਾਂ 'ਤੇ ਹੀ ਰੱਖੇ ਗਏ ਹਨ। ਇਸ ਤੋਂ ਇਲਾਵਾ ਸਨਮਾਨ ਜਿਹੜਾ ਹੈਗਾ ਸ਼ੇਖ ਫਰੀਦ ਜੀ ਦਾ, ਉਹ ਆਗਮਨ ਪੂਰਵ ਮੇਲਾ ਵੀ ਮਨਾਇਆ ਜਾਂਦਾ ਹੈਗਾ 3 ਦਿਨਾਂ ਲਈ। ਇਸ ਤੋਂ ਇਲਾਵਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਆਗਮਨ ਪੂਰਵ ਮੇਲਾ ਲੱਗਦਾ ਹੈਗਾ। ਕਿੰਨੇ ਦਿਨਾਂ ਲਈ ਲੱਗਦਾ ਹੈਗਾ, ਉਹ 3 ਦਿਨਾਂ ਲਈ ਲੱਗਦਾ ਹੈਗਾ। ਬੰਗਲਾਦੇਸ਼ ਦੇ ਇੱਕ ਜ਼ਿਲ੍ਹੇ ਦਾ ਨਾਂ ਫਰੀਦਪੁਰ ਵੀ ਆਪ ਜੀ ਦੇ ਨਾਂ 'ਤੇ ਰੱਖਿਆ ਗਿਆ ਹੈਗਾ, ਇਹ ਵੀ ਯਾਦ ਰੱਖਣਾ ਹੈਗਾ। ਪਾਕਿਸਤਾਨ ਪੰਜਾਬ ਵਿੱਚ ਫਰੀਦ ਦੀਆਂ ਇਸਲਾਮਿਕ ਯੂਨੀਵਰਸਿਟੀ ਹੈਗੀ ਆ। ਫਰੀਦ ਦੀ ਕੀ ਮਿਲਦੀ ਹੈਗੀ ਆ, ਇਸਲਾਮਿਕ ਯੂਨੀਵਰਸਿਟੀਆਂ ਮਿਲਦੀਆਂ ਹੈਗੀਆਂ, ਜਾਂ ਇਸਲਾਮਿਕ ਯੂਨੀਵਰਸਿਟੀ ਹੈਗੀ ਆ ਫਰੀਦ ਦੀ। ਤੇ ਉਸ ਵਿੱਚ ਇੱਕ ਧਾਰਮਿਕ ਮਦਰਸੇ ਦਾ ਨਾਂ ਵੀ ਫਰੀਦ ਜੀ ਦੇ ਨਾਂ 'ਤੇ ਰੱਖਿਆ ਗਿਆ ਹੈਗਾ। ਦੁਬਾਰਾ ਫੇਰ ਸੁਣ ਲਓ, ਪਾਕਿਸਤਾਨ ਪੰਜਾਬ ਵਿੱਚ ਫਰੀਦ ਦੀ ਇਸਲਾਮਿਕ ਯੂਨੀਵਰਸਿਟੀ ਮਿਲਦੀ ਹੈਗੀ ਆ, ਜਿਸ ਵਿੱਚ ਇੱਕ ਧਾਰਮਿਕ ਮਦਰਸਾ ਮਿਲਦਾ ਹੈਗਾ ਜਿਹਦਾ ਨਾਂ ਵੀ ਸ਼ੇਖ ਫਰੀਦ ਜੀ ਦੇ ਨਾਂ 'ਤੇ ਰੱਖਿਆ ਗਿਆ ਹੈਗਾ। ਪੰਜਾਬ ਸਰਕਾਰ ਨੇ ਫਰੀਦਕੋਟ ਵਿਖੇ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਸਥਾਪਨਾ ਕੀਤੀ। ਤਾਂ ਇਸ ਤਰ੍ਹਾਂ ਇਹ ਸਾਰੇ ਸਨਮਾਨ ਸ਼ੇਖ ਫਰੀਦ ਜੀ ਨੂੰ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਵੀ ਫਰੀਦਕੋਟ ਵਿੱਚ ਕੀ ਕੀਤਾ ਹੈਗਾ, ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਸਥਾਪਨਾ ਕੀਤੀ ਹੈਗੀ ਆ। ਇਸ ਤੋਂ ਇਲਾਵਾ ਇਸ ਦੀ ਯਾਦ ਵਿੱਚ 2 ਦਰਵਾਜ਼ੇ, ਨੂਰੀ ਦਰਵਾਜ਼ਾ ਜਿਸ ਨੂੰ ਲਾਈਟ ਆਫ ਲਾਈਟ ਕਿਹਾ ਜਾਂਦਾ ਹੈ, ਤੇ ਇੱਕ ਬਹਿਸਤੀ ਦਰਵਾਜ਼ਾ, ਬਹਿਸਤੀ ਪਾਕਪਟਨ ਵਿੱਚ ਹੈਗਾ। ਬਹਿਸਤੀ ਜਿਹੜਾ ਦਰਵਾਜ਼ਾ ਹੈਗਾ ਪਾਕਪਟਨ ਵਿੱਚ ਹੈਗਾ, ਜਿੱਥੇ ਮਕਬਰਾ ਬਣਿਆ ਹੋਇਆ ਸ਼ੇਖ ਫਰੀਦ ਜੀ ਦਾ। ਇਸ ਨੂੰ ਕੀ ਕਿਹਾ ਜਾਂਦਾ ਹੈ, ਡੋਰ ਆਫ ਪੈਰਾਡਾਈਜ਼ ਵੀ ਕਿਹਾ ਜਾਂਦਾ ਹੈਗਾ। ਇਹ ਵੀ ਇਹਨਾਂ ਦੀ ਯਾਦ ਵਿੱਚ ਬਣਾਏ ਗਏ 2 ਦਰਵਾਜ਼ੇ। ਇਸ ਤੋਂ ਇਲਾਵਾ ਜਰੂਸਲਮ ਵਿੱਚ ਅਲ ਹਿੰਦੀ ਸਰਾਈ ਪਵਿੱਤਰ ਸ਼ਹਿਰ ਹੈਗਾ, ਜਿਸ ਵਿੱਚ ਸ਼ੇਖ ਫਰੀਦ ਜੀ ਦੇ ਰਹਿਣ ਦਾ ਦਾਅਵਾ ਕੀਤਾ ਗਿਆ ਹੈਗਾ। ਇਹ ਮੰਨਦੇ ਹਨ ਕਿ ਜਰੂਸਲਮ ਵਿੱਚ ਵੀ ਸ਼ੇਖ ਫਰੀਦ ਜੀ ਰਹੇ ਸੀਗੇ ਦਾ ਦਾਅਵਾ ਕੀਤਾ ਜਾਂਦਾ ਹੈ। ਕਿਹੜੀ ਜਗ੍ਹਾ ਹੈਗੀ ਜਰੂਸਲਮ ਵਿੱਚ, ਅਲ ਹਿੰਦੀ ਸਰਾਏ। ਇਸ ਤੋਂ ਇਲਾਵਾ ਜਾਵਹੀਰ ਅਲ ਫਰੀਦੀ ਇੱਕ ਕਿਤਾਬ ਮਿਲਦੀ ਹੈਗੀ ਆ, ਜਿਸ ਦੇ ਅਨੁਸਾਰ ਜੀਰੇ ਪੰਜਾਬ ਵਿੱਚ ਸ਼ੇਖ ਫਰੀਦ ਜੀ ਨੇ ਕੀ ਕੀਤਾ ਸੀ, ਲੰਗਰ ਦੀ ਵਿਵਸਥਾ ਕੀਤੀ ਸੀਗੀ। ਇਹ ਯਾਦ ਰੱਖਣਾ ਹੈਗਾ। ਹਰ ਸਾਲ 6 ਦਿਨਾਂ ਦੇ ਲਈ ਫਰੀਦ ਜੀ ਦੀ ਬਰਸੀ ਪਾਕਪਟਨ ਵਿੱਚ ਮਨਾਈ ਜਾਂਦੀ ਹੈ, ਇਹ ਯਾਦ ਰੱਖੋ। ਇਸ ਦੇ ਸਨਮਾਨ ਵਿੱਚ ਇੱਕ ਹੋਰ ਕੀ ਕੰਮ ਕੀਤਾ ਜਾਂਦਾ ਸ਼ੇਖ ਫਰੀਦ ਦੇ, ਹਰ ਸਾਲ 6 ਦਿਨਾਂ ਦੇ ਲਈ ਫਰੀਦ ਜੀ ਦੀ ਬਰਸੀ ਮਨਾਈ ਜਾਂਦੀ ਹੈ ਪਾਕਪਟਨ ਵਿੱਚ। ਮੁਹਰਮ ਦੇ ਪਹਿਲੇ ਇਸਲਾਮੀ ਮਹੀਨੇ ਵਿੱਚ ਮਨਾਈ ਜਾਂਦੀ ਹੈ। ਜਿਹੜਾ ਇਸਲਾਮਿਕ ਧਰਮ ਵਿੱਚ ਨਾ ਇੱਕ ਮੁਹਰਮ ਹੁੰਦਾ ਹੈਗਾ, ਮੁਹਰਮ, ਇਹ 19 ਜੁਲਾਈ ਤੋਂ ਸ਼ੁਰੂ ਹੋਇਆ ਸੀ 2023 ਚ। ਇਹ ਮਹੀਨੇ ਬਹੁਤ ਹੀ ਪਵਿੱਤਰ ਮੰਨੇ ਜਾਂਦੇ ਆ ਇਸਲਾਮ ਧਰਮ ਦੇ ਅਨੁਸਾਰ, ਤੇ ਇਹਨਾਂ ਦੇ ਜਿਹੜਾ ਪਹਿਲਾ ਮਹੀਨਾ ਹੁੰਦਾ ਹੈਗਾ ਉਹਦੇ ਵਿੱਚ ਮਨਾਈ ਜਾਂਦੀ ਹੈਗੀ ਬਰਸੀ। ਤੇ 5 ਦਿਨਾਂ ਲਈ ਬਹਿਸਤੀ ਦਰਵਾਜ਼ਾ ਖੋਲ੍ਹਿਆ ਜਾਂਦਾ ਹੈਗਾ। ਤੇ ਜਿਹੜਾ ਪਾਕਪਟਨ ਵਿੱਚ ਬਹਿਸਤੀ ਦਰਵਾਜ਼ਾ ਹੈਗਾ ਉਹ ਕਿੰਨੇ ਦਿਨਾਂ ਲਈ ਖੋਲ੍ਹਿਆ ਜਾਂਦਾ ਹੈਗਾ, ਬਰਸੀ ਤੇ ਜਿਹੜੀ ਹਰ ਸਾਲ 6 ਦਿਨਾਂ ਦੇ ਲਈ ਮਨਾਈ ਜਾਂਦੀ ਹੈ, 5 ਦਿਨਾਂ ਲਈ ਇਹ ਦਰਵਾਜ਼ਾ ਖੋਲ੍ਹਿਆ ਜਾਂਦਾ ਹੈਗਾ। ਇਹ ਤੁਸੀਂ ਯਾਦ ਰੱਖਣਾ ਹੈਗਾ। ਇਸ ਤੋਂ ਇਲਾਵਾ
ਸ਼ੇਖ ਫਰੀਦ ਜੀ ਦੇ ਜਿਹੜੇ 4 ਸ਼ਬਦ ਮਿਲਦੇ ਹੈਗੇ ਆ, ਉਹਨਾਂ ਵਿੱਚੋਂ ਜਿਹੜੇ ਸ਼ਬਦ ਹੈਗੇ ਆ, ਪਹਿਲਾ ਸ਼ਬਦ ਹੈਗਾ ਦਿਲੋਂ ਮੁਹੱਬਤ ਜਿਨਸੇਈ ਸਚਿਆ। ਦੂਸਰਾ ਹੈਗਾ ਰਤੇ ਇਸ਼ਕ ਖੁਦਾਈ ਰੰਗ ਦਿਦਾਰ ਕੀ। ਤੇ ਤੀਜਾ ਹੈਗਾ ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ। ਇਹ ਸ਼ਬਦ ਜਿਹੜੇ ਹੈਗੇ ਆ ਇੰਪੋਰਟੈਂਟ ਹੈਗੇ ਆ, ਇਹ ਸ਼ੇਖ ਫਰੀਦ ਜੀ ਦੇ ਲਿਖੇ ਹੋਏ ਆ। ਇਹ ਵੀ ਤੁਹਾਨੂੰ ਪੁੱਛ ਸਕਦੇ ਆ ਲਿਖ ਕੇ ਕਿ ਇਹ ਸ਼ਬਦ ਕਿਸ ਦਾ ਹੈਗਾ। ਇਹ ਸਾਰੇ ਤਿੰਨੇ ਸ਼ਬਦ ਜਿਹੜੇ ਹੈਗੇ ਆ ਉਹ ਸ਼ੇਖ ਫਰੀਦ ਜੀ ਹਨ। ਇਸ ਤੋਂ ਇਲਾਵਾ ਆਪਾਂ ਪਹਿਲਾਂ ਵੀ ਰਚਨਾਵਾਂ ਦੀ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ਸੀ ਸ਼ੇਖ ਫਰੀਦ ਜੀ ਦੇ, ਤਾਂ ਕੁਝ ਵਿਸ਼ੇ ਹੋਰ ਰਹਿ ਗਏ ਸੀ ਰਚਨਾਵਾਂ ਦੇ ਵਿਸ਼ੇ, ਇਹ ਵੀ ਤੁਹਾਡੇ ਤੋਂ ਪੁੱਛੇ ਜਾ ਸਕਦੇ ਹੈਗੇ ਆ। ਤਾਂ ਇਹਨਾਂ ਦੀਆਂ ਰਚਨਾਵਾਂ ਦੇ ਜਿਹੜੇ ਹੋਰ ਵਿਸ਼ੇ ਹੈਗੇ ਆ ਉਹ ਹੈਗਾ ਨਿਰਾਸ਼ਾਵਾਦੀ ਤੇ ਆਸ਼ਾਵਾਦੀ। ਇਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੇ ਸ਼ਲੋਕ ਤੇ ਸ਼ਬਦ ਹੈਗੇ ਆ ਉਹਨਾਂ ਵਿੱਚ ਨਿਰਾਸ਼ਾਵਾਦੀ ਭਾਵ ਵੀ ਪ੍ਰਗਟ ਕੀਤੇ ਹੈਗੇ ਆ ਤੇ ਆਸ਼ਾਵਾਦੀ ਭਾਵ ਵੀ ਪ੍ਰਗਟ ਕੀਤੇ ਹਨ। ਮੌਤ ਦੀ ਅਟਲਤਾ ਬਾਰੇ ਦੱਸਿਆ ਹੈਗਾ ਕਿ ਮੌਤ ਤਾਂ ਆਉਣੀ ਹੀ ਹੈ, ਇਸ ਲਈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੇਕ ਅਮਲਾਂ ਤੇ ਵੀ ਜ਼ੋਰ ਦਿੱਤਾ ਹੈਗਾ ਕਿ ਆਦਮੀ ਨੂੰ ਕੀ ਕਰਨੇ ਚਾਹੀਦੇ ਹਨ, ਨੇਕ ਅਮਲ ਕਰਨੇ ਚਾਹੀਦੇ ਹਨ, ਕਿਉਂਕਿ ਇਹਨਾਂ ਦਾ ਹਿਸਾਬ ਕਿਤਾਬ ਰੱਬ ਦੀ ਦਰਗਾਹ ਵਿੱਚ ਹੁੰਦਾ ਹੈ। ਆਪਣੇ ਆਪ ਦੀ ਪਛੋੜ ਕਰਨੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਹੈਗਾ ਕਿ ਦੂਜਿਆਂ ਵਿੱਚ ਨੁਕਸ ਕੱਢਣ ਤੋਂ ਪਹਿਲਾਂ ਬੰਦੇ ਨੂੰ ਆਪਣੇ ਆਪ ਵਿੱਚ ਝਾਕ ਕੇ ਦੇਖ ਲੈਣਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਮੁਰਸ਼ਦ ਦੀ ਟੇਕ। ਇਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ ਹੈਗਾ ਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਗੁਰੂ ਤੋਂ ਬਿਨਾਂ ਗੱਤ ਨਹੀਂ ਹੁੰਦੀ ਗੀ। ਸ਼ੇਖ ਫਰੀਦ ਜੀ ਨੇ ਵੀ ਆਪਣੇ ਸ਼ਲੋਕਾਂ ਤੇ ਸ਼ਬਦਾਂ ਵਿੱਚ ਮੁਰਸ਼ਦ ਦੀ ਬਹੁਤ ਹੀ ਲੋੜ ਮਹਿਸੂਸ ਕੀਤੀ ਹੈਗੀ ਆ। ਸੰਸਾਰਕ ਪਦਾਰਥਾਂ ਦਾ ਝੂਠਾ ਪਿਆਰ। ਇਸ ਤੋਂ ਇਲਾਵਾ ਉਹਨਾਂ ਨੇ ਇਹ ਦੱਸਿਆ ਹੈਗਾ ਕਿ ਜਿਹੜੇ ਸੰਸਾਰਕ ਪਦਾਰਥ ਹੈਗੇ ਆ ਉਹ ਝੂਠੇ ਹੁੰਦੇ ਹਨ। ਆਪਾਂ ਨੂੰ ਸੰਸਾਰਕ ਦੁਨੀਆ ਵਿੱਚ ਸਿਰਫ ਰਹਿਣਾ ਚਾਹੀਦਾ ਹੈਗਾ, ਠੀਕ ਆ, ਪਰੰਤੂ ਉਹਨਾਂ ਤੋਂ ਦੂਰ ਰਹਿ ਕੇ ਰੱਬ ਦੀ ਭਗਤੀ ਵੱਲ ਲੱਗਣਾ ਚਾਹੀਦਾ ਹੈਗਾ। ਇਹ ਜਿਹੜੀਆਂ ਗੱਡੀਆਂ ਕਾਰਾਂ ਕੋਠੀਆਂ ਸਾਰੇ ਆਪਾਂ ਜਿਹੜੇ ਐਸ਼ੋ ਆਰਾਮ ਹੁੰਦੇ ਹੈਗੇ ਆ, ਇਹ ਗਲਤ ਹੈਗੇ ਆ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈਗਾ ਮੋਤੀ ਚਮੰਦਰ ਉਸਰੋਂ ਕਿ ਬਈ ਜਿਹੜਾ ਕੁਛ ਆਪਾਂ ਨੂੰ ਮਿਲ ਜਾਂਦਾ ਹੈਗਾ, ਜੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਸੀ ਕਿ ਜੇ ਮੈਨੂੰ ਸੋਹਣੀ ਜਨਾਨੀ ਮਿਲ ਜੇ, ਇੱਕ ਪਲੰਘ ਮਿਲ ਜੇ ਵਧੀਆ, ਉਹ ਹੀਰੇ ਮੋਤੀਆਂ ਨਾਲ ਜੜਿਆ ਹੋਵੇ ਅਤੇ ਵਧੀਆ ਮੈਂ ਉੱਚਾ ਰਾਜਾ ਬਣ ਜਾਂ, ਪਰ ਫਿਰ ਉਹ ਕਹਿੰਦੇ ਹਨ ਕਿ ਹੇ ਪ੍ਰਮਾਤਮਾ ਮੈਨੂੰ ਨਹੀਂ ਇਹੋ ਜਿਹਾ ਕੁਛ ਚਾਹੀਦਾ, ਕਿਉਂਕਿ ਕਿਤੇ ਉਹ ਗੱਲ ਨਾ ਹੋਵੇ ਕਿ ਮੈਂ ਤੁਹਾਡਾ ਨਾਮ ਭੁੱਲ ਜਾਵਾਂ ਅਤੇ ਇਸ ਝੂਠੇ ਪਿਆਰ ਵਿੱਚ ਲੋਕਾਂ ਦੇ ਵਿੱਚ ਫਸ ਜਾਵਾਂ। ਸੱਚਾ ਪਿਆਰ ਸਿਰਫ ਪ੍ਰਮਾਤਮਾ ਨਾਲ ਹੀ ਹੁੰਦਾ ਹੈਗਾ, ਝੂਠਾ ਪਿਆਰ ਤਾਂ ਲੋਕਾਂ ਨੂੰ ਹੁੰਦਾ ਹੀ ਰਹਿੰਦਾ ਹੈ ਹਰ ਇੱਕ ਨਾਲ। ਭਾਣਾ ਮੰਨਣ 'ਤੇ ਜ਼ੋਰ। ਇਸ ਤੋਂ ਇਲਾਵਾ ਸ਼ੇਖ ਫਰੀਦ ਜੀ ਦੀਆਂ ਜਿਹੜੀਆਂ ਰਚਨਾਵਾਂ ਹੈਗੀਆਂ, ਸ਼ਬਦ ਅਤੇ ਸ਼ਲੋਕ ਹੈਗੇ, ਉਹਨਾਂ ਵਿੱਚ ਇੱਕ ਵਿਸ਼ਾ ਭਾਣਾ ਮੰਨਣ 'ਤੇ ਜ਼ੋਰ ਦਿੱਤਾ ਹੈਗਾ ਕਿ ਪ੍ਰਮਾਤਮਾ ਦਾ ਸਾਨੂੰ ਕੀ ਕਰਨਾ ਚਾਹੀਦਾ ਹੈ, ਭਾਣਾ ਮੰਨਣਾ ਚਾਹੀਦਾ ਹੈਗਾ। ਦੁਖੀ ਨਹੀਂ ਹੋਣਾ ਚਾਹੀਦਾ ਕਿ ਸਾਡੇ ਤੋਂ ਕੁਛ ਖੋਹ ਲਿਆ, ਸਾਡਾ ਪਿਤਾ ਮਰ ਗਿਆ, ਸਾਡੀ ਮਾਂ ਮਰ ਗਈ, ਸਾਡੀ ਭੈਣ ਮਰ ਗਈ, ਕਿਉਂਕਿ ਜਿਵੇਂ ਜੋ ਕੁਛ ਪ੍ਰਮਾਤਮਾ ਨੇ ਲਿਖਿਆ ਉਹ ਤਾਂ ਹੋ ਕੇ ਰਹਿਣਾ ਹੈਗਾ। ਸੰਤੋਖ ਭਰਿਆ ਜੀਵਨ ਜਿਉਣਾ ਚਾਹੀਦਾ ਹੈ। ਸਹਿਣਸ਼ੀਲਤਾ ਧਾਰਨ ਕਰਨੀ ਚਾਹੀਦੀ ਹੈਗੀ ਆ। ਕਿਸੇ ਨੂੰ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ। ਮਿਠਾਸ ਭਰਪੂਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪਰਮਾਤਮਾ ਨਾਲ ਪ੍ਰੇਮ ਕਰਨਾ ਚਾਹੀਦਾ ਹੈਗਾ। ਹੋਰ ਸਾਰੀਆਂ ਚੀਜ਼ਾਂ ਨਾਲੋਂ ਛੱਡ ਕੇ ਕਿਹਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਪਰਮਾਤਮਾ ਦੀ ਭਗਤੀ ਵੱਲ ਲੱਗਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੰਜਮ ਵਿੱਚ ਰਹਿਣਾ ਚਾਹੀਦਾ ਹੈਗਾ, ਸਹਿਣਸ਼ੀਲਤਾ ਵਿੱਚ ਰਹਿਣਾ ਚਾਹੀਦਾ ਹੈਗਾ। ਨਿਮਰਤਾ ਹੁੰਦੀ ਹੈ, ਸੰਜਮ ਨੂੰ ਧਾਰਨ ਕਰਨਾ ਚਾਹੀਦਾ ਹੈਗਾ। ਤਾਂ ਇਹ ਸੀ ਅੱਜ ਦੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਥੈਂਕਸ ਫॉर ਵਾਚਿੰਗ ਵੀਡੀਓ।